ਵੱਡੀ ਖਬਰ ਹੈ। ਹਰਿਆਣਾ ਸਰਕਾਰ ਨੇ ਨਿੱਜੀ ਹਸਪਤਾਲਾਂ ਦੀ ਮਨਮਾਨੀ ਤੇ ਸ਼ਿਕੰਜਾ ਕੱਸਿਆ ਹੈ। ਹੁਣ ਮਰੀਜ਼ਾਂ ਤੋਂ ਜਿਹੜਾ ਜ਼ਿਆਦਾ ਪੈਸਾ ਵਸੂਲੇਗਾ ਉਸ ਦੇ ਖਿਲਾਫ ਕਾਰਵਾਈ ਹੋਏਗੀ। ਹਰ ਜ਼ਿਲ੍ਹੇ 'ਚ ਸਰਕਾਰ ਨੇ ਇੱਕ 3 ਮੈਂਬਰੀ ਕਮੇਟੀ ਬਣਾ ਦਿੱਤੀ ਹੈ ਔਰ ਇਸ ਕਮੇਟੀ ਦੇ ਵਿੱਚ ਹਰ ਇੱਕ ਕਮੇਟੀ ਦੇ ਵਿੱਚ ਇੱਕ ਸੀਏ ਨੂੰ ਸ਼ਾਮਲ ਕੀਤਾ ਜਾਏਗਾ। ਪਹਿਲੇ ਪੜਾਅ 'ਚ ਕਮੇਟੀ ਵੱਲੋਂ ਸ਼ਿਕਾਇਤਾਂ ਦੀ ਜਾਂਚ ਕੀਤੀ ਜਾਵੇਗੀ। ਜੇ ਇਲਜ਼ਾਮ ਸਹੀ ਸਾਬਤ ਹੁੰਦੇ ਨੇ ਤਾਂ ਮਰੀਜ਼ਾਂ ਨੂੰ ਉਹਨਾਂ ਦਾ ਪੈਸਾ ਵਾਪਸ ਕਰਵਾਇਆ ਜਾਏਗਾ। ਇਲਜ਼ਾਮ ਸਹੀ ਸਾਬਤ ਹੋਣ ਤੇ ਹਸਪਤਾਲ ਦੇ ਖਿਲਾਫ ਕਾਰਵਾਈ ਵੀ ਕੀਤੀ ਜਾਏਗੀ। ਦਰਅਸਲ ਹਰਿਆਣਾ ਸਰਕਾਰ ਵੱਲੋਂ ਕੱਲ ਇਹ ਵੱਡਾ ਫੈਸਲਾ ਲਿਆ ਗਿਆ ਸੀ। 2 ਸੀਨੀਅਰ ਅਧਿਕਾਰੀਆਂ ਦੀ ਡਿਊਟੀ ਲਾਈ ਗਈ ਸੀ ਕਿਉਂਕਿ ਇਹ ਸ਼ਿਕਾਇਤਾਂ ਹਰਿਆਣਾ ਸਰਕਾਰ ਕੋਲੇ ਪਹੁੰਚੀਆਂ ਸੀ ਕਿ ਹਰਿਆਣਾ ਦੇ ਵਿੱਚ ਨਿੱਜੀ ਹਸਪਤਾਲਾਂ ਨੇ ਕਰੋਨਾ ਦੇ ਵਿੱਚ ਲੋਕਾਂ ਤੋਂ ਨਜਾਇਜ਼ ਵਸੂਲੀ ਕੀਤੀ ਹੈ, ਨਜਾਇਜ਼ ਉਗਰਾਹੀ ਕੀਤੀ ਗਈ ਹੈ। ਲੋਕਾਂ ਤੋਂ ਮਨਮਾਨੇ ਰੇਟ ਵਸੂਲੇ ਗਏ ਨੇ, ਲੱਖਾਂ ਦੇ ਵਿੱਚ ਲੋਕਾਂ ਦੇ ਬਿੱਲ ਬਣਾਏ ਗਏ ਨੇ। ਉਸ ਤੋਂ ਬਾਅਦ ਹਰਿਆਣਾ ਵਿਧਾਨ ਸਭਾ ਸਪੀਕਰ ਉਹਨਾਂ ਦੀ ਅਪੀਲ ਤੇ ਜਾਂ ਉਹਨਾਂ ਦੇ ਮੁੱਖ ਮੰਤਰੀ ਨਾਲ ਗੱਲਬਾਤ ਕਰਨ ਤੋਂ ਬਾਅਦ ਸੀਐਮ ਨੇ ਇਹ ਐਲਾਨ ਕੀਤਾ ਸੀ ਕਿ ਸਰਕਾਰ ਹੁਣ ਇਸ ਦਾ ਆਡਿਟ ਕਰਵਾਏਗੀ। 2 ਅਧਿਕਾਰੀਆਂ ਦੀ ਡਿਊਟੀ ਲਾਈ ਗਈ ਸੀ ਕਿ ਇਹ ਇਸ ਸਾਰੇ ਕੰਮ ਨੂੰ ਦੇਖਣਗੇ। ਅੱਜ ਸਰਕਾਰ ਨੇ ਹੁਣ ਇਸ ਬਾਰੇ ਜਿਹੜੀ ਹੋਰ ਜਾਣਕਾਰੀ ਦਿੱਤੀ ਹੈ ਕਿ ਹਰ ਜ਼ਿਲ੍ਹੇ ਦੇ ਵਿੱਚ ਹਰ ਜ਼ਿਲ੍ਹੇ 'ਚ ਇੱਕ 3 ਮੈਂਬਰੀ ਕਮੇਟੀ ਬਣਾਈ ਜਾਏਗੀ ਜਾਂ ਕਮੇਟੀ ਬਣਾਉਣ ਦਾ ਐਲਾਨ ਕਰ ਦਿੱਤਾ ਗਿਆ ਔਰ ਹਰ ਕਮੇਟੀ 'ਚ ਇੱਕ ਸੀਏ ਹੋਏਗਾ, ਚਾਰਟਰਡ ਅਕਾਊਂਟੈਂਟ ਜਿਹੜਾ ਹੁੰਦਾ ਉਹ ਹਰ ਕਮੇਟੀ 'ਚ ਇੱਕ ਸ਼ਾਮਿਲ ਕੀਤਾ ਜਾਊਗਾ। ਪਹਿਲੇ ਪੜਾਅ 'ਚ ਕਮੇਟੀ ਲੋਕਾਂ ਦੀਆਂ ਸ਼ਿਕਾਇਤਾਂ ਦੀ ਜਾਂਚ ਕਰੇਗੀ, ਯਾਨੀ ਲੋਕ ਜਿਨ੍ਹਾਂ ਦੇ ਕੋਲ ਬਿੱਲ ਨੇ ਉਹ ਬਿੱਲ ਲੈ ਕੇ ਕਮੇਟੀ ਦੇ ਅੱਗੇ ਪੇਸ਼ ਹੋਣਗੇ। ਕਮੇਟੀ ਉਹਨਾਂ ਬਿੱਲਾਂ ਦੀ ਜਾਂਚ ਕਰੇਗੀ ਕਿ ਉਸ ਦੇ ਵਿੱਚ ਕਿੰਨੇ ਨਜਾਇਜ਼ ਪੈਸੇ ਵਸੂਲੇ ਗਏ ਨੇ ਔਰ ਕਿੰਨੇ ਬਣਦੇ ਸੀ ਸਰਕਾਰ ਵੱਲੋਂ ਨਿਰਧਾਰਿਤ ਰੇਟਾਂ ਦੇ ਮੁਤਾਬਿਕ। ਜੇ ਉਸ ਦੇ ਵਿੱਚ ਗੜਬੜੀ ਪਾਈ ਗਈ, ਜਿਸ ਵੀ ਹਸਪਤਾਲ ਨੇ ਵੱਧ ਪੈਸੇ ਵਸੂਲੇ ਨੇ ਤਾਂ ਉਸ ਹਸਪਤਾਲ ਨੂੰ ਉਹ ਪੈਸੇ ਵਾਪਸ ਵੀ ਕਰਨੇ ਹੋਣਗੇ ਔਰ ਸਰਕਾਰ ਉਸ ਹਸਪਤਾਲ ਦੇ ਖਿਲਾਫ ਕਾਰਵਾਈ ਵੀ ਕਰੇਗੀ। ਸੋ ਇਹ ਸਰਕਾਰ ਨੇ, ਹਰਿਆਣਾ ਸਰਕਾਰ ਨੇ ਸਖਤ ਸਟੈਂਡ ਲਿਆ ਔਰ ਪੰਜਾਬ ਦੇ ਵਿੱਚ ਹਾਲੇ ਤੱਕ ਸਰਕਾਰ ਨੇ ਐਸਾ ਕੋਈ ਕਦਮ ਨਹੀਂ ਚੱਕਿਆ। ਸਰਕਾਰ ਵੱਲੋਂ ਇਹ ਸਖਤੀ ਜ਼ਰੂਰ ਕੀਤੀ ਜਾਂਦੀ ਰਹੀ ਹੈ, ਇਹ ਸਖਤ ਸੰਦੇਸ਼ ਜ਼ਰੂਰ ਦਿੱਤਾ ਜਾਂਦਾ ਰਿਹਾ, ਪਰ ਉਹ ਸੰਦੇਸ਼ ਕਾਗਜ਼ਾਂ ਤੱਕ ਹੀ ਸੀਮਿਤ ਰਹੇ ਨੇ। ਹਸਪਤਾਲਾਂ ਦੇ ਵਿੱਚ ਉਸੇ ਤਰੀਕੇ ਨਾਲ ਵਸੂਲੀਆਂ ਹੁੰਦੀਆਂ ਰਹੀਆਂ ਨੇ, ਪਰ ਹਰਿਆਣਾ ਨੇ ਇਹ ਇੱਕ ਕਦਮ ਅੱਗੇ ਵਧਾਉਂਦੇ ਹੋਏ ਇਹ ਫੈਸਲਾ ਲਿਆ। ਹੁਣ ਅਗਲੇ ਦਿਨਾਂ 'ਚ ਦੇਖਣਾ ਹੋਏਗਾ ਕਿ ਵਾਕਿਆ ਹੀ ਲੋਕ ਜਿਹੜੇ ਆਪਣੇ ਬਿੱਲ ਪੇਸ਼ ਕਰਦੇ ਨੇ ਜਿਨ੍ਹਾਂ ਤੋਂ ਨਜਾਇਜ਼ ਵਸੂਲੀ ਹੋਈ ਹੈ ਉਸ ਤੇ ਸਰਕਾਰ ਵਾਕਿਆ ਹੀ ਕਾਰਵਾਈ ਕਰੇਗੀ ਕਿ ਉਹਨਾਂ ਦੇ ਪੈਸੇ ਜਿਹੜੇ ਨੇ ਵੱਧ ਵਸੂਲੀ ਦੇ ਉਹ ਲੋਕਾਂ ਨੂੰ ਵਾਪਸ ਦਿਲਵਾਏ ਜਾਣਗੇ। ਪਰ ਕਦਮ ਜ਼ਰੂਰ ਹਰਿਆਣਾ ਸਰਕਾਰ ਨੇ ਇਸ ਪਾਸੇ ਵੱਲ ਵਧਾ ਦਿੱਤੇ ਨੇ। ਹਰ ਜ਼ਿਲ੍ਹੇ 'ਚ ਇੱਕ 3 ਮੈਂਬਰੀ ਕਮੇਟੀ ਜਿਸ 'ਚ ਇੱਕ ਚਾਰਟਰਡ ਅਕਾਊਂਟੈਂਟ ਸ਼ਾਮਲ ਹੋਏਗਾ, ਲੋਕਾਂ ਵੱਲੋਂ ਆਈਆਂ ਸ਼ਿਕਾਇਤਾਂ ਦੀ ਜਾਂਚ ਕਰੇਗੀ ਤੇ ਫਿਰ ਸਰਕਾਰ ਨੂੰ ਆਪਣੀ ਰਿਪੋਰਟ ਦੇਵੇਗੀ। ਕਮੇਟੀ ਦੀਆਂ ਰეკਮੈਂਡੇਸ਼ਨ ਤੇ ਹੀ ਹਸਪਤਾਲਾਂ ਨੂੰ ਜਿਹੜਾ ਉਹਨਾਂ ਦੇ ਪੈਸੇ ਹੈ ਵਾਪਸ ਕਰਨੇ ਪੈਣਗੇ। ਮਨੋਜ ਕੁਮਾਰ ਸਾਡੇ ਸਹਿਯੋਗੀ ਜੁੜੇ ਨੇ ਹੋਰ ਗੱਲਬਾਤ ਦੇ ਲਈ। ਮਨੋਜ, ਵਾਕਈ ਆਪਣੇ ਆਪ ਦੇ ਵਿੱਚ ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਇਹ ਇੱਕ ਚੰਗਾ ਕਦਮ ਹੈ ਔਰ ਸ਼ਾਇਦ ਸਰਕਾਰਾਂ ਨੂੰ ਇਹ ਬਹੁਤ ਪਹਿਲਾਂ ਕਰ ਦੇਣਾ ਚਾਹੀਦਾ ਸੀ ਤਾਂ ਇਹ ਨੌਬਤ ਹੀ ਨਾ ਆਉਂਦੀ ਕਿ ਪੈਸੇ ਵਾਪਸ ਕਰਵਾਉਣੇ ਪੈਣਗੇ। ਪਰ ਫਿਰ ਵੀ ਹੁਣ ਕਿਸ ਲਿਹਾਜ਼ ਨਾਲ ਇਸ ਫੈਸਲੇ ਨੂੰ ਦੇਖਿਆ ਜਾਵੇ ਕਿ ਕਮੇਟੀ ਕੋਈ ਟਾਈਮ ਬਾਉਂਡ ਹੈ ਕਿ ਕਦੋਂ ਤੱਕ ਜਾਂਚ ਕਰੇਗੀ ਔਰ ਕੀ ਕਮੇਟੀਆਂ ਅੱਗੇ ਕੋਈ ਲੋਕਾਂ ਨੂੰ ਕਾਲ ਕਿਸ ਤਰੀਕੇ ਨਾਲ ਕਰਨਗੀਆਂ, ਕਿਸ ਤਰੀਕੇ ਨਾਲ ਇਹ ਪੂਰੀ ਜਿਹੜੀ ਪ੍ਰਕਿਰਿਆ ਹੈ ਉਹ ਸਿਰੇ ਚੜਾਈ जाएगी, उस बारे जानकारी चाहेंगे। बिल्कुल विजयपाल, आपने ठीक कहा कि ये एक मैकेनिज्म पहले ही सरकार को डेवलप कर देना चाहिए था, लेकिन फिर भी देर ही सही लेकिन दुरुस्त आई है सरकार और फैसला लिया है। दरअसल प्रदेश के अलग अलग जिलों से बहुत बड़ी संख्या में शिकायतें आ रही थी कि निजी अस्पतालों ने अनाप शनाप वसूली की है। जो सरकार ने रेट तय किए थे 8,000 से 18,000 रुपए तक के, उससे ज्यादा पैसे वसूले जा रहे हैं। इसको देखते हुए अब हर जिले में 3 सदस्यीय कमेटी गठित की गई है और नई चीज इसमें यह है कि एक सीए इसमें रखा गया है और इस कमेटी का काम ये होगा कि जो लोग शिकायत लेकर आए हैं, जिन्होंने सरकार के पास शिकायत दी है या इस कमेटी के पास अपनी शिकायत लेकर आएंगे और वो बिल पेश करेंगे, उसकी बाकायदा जांच होगी। सीए भी कमेटी में शामिल है और वो देखेगा कि वाकई में कितना बिल बनता है, कितना नाजायज बिल लिया गया है। अगर जो नाजायज पैसा लिया गया होगा तो उस पैसे को वापस भी कराया जाएगा और साथ ही साथ उस अस्पताल के खिलाफ कार्रवाई भी की जाएगी। और उसके बाद जब ये शिकायतों का निवारण कर दिया जाएगा उसके बाद रैंडमली एक अस्पतालों का ऑडिट कराया जाएगा। यानी कि एक अस्पताल में अगर माफ कीजिए एक जिले में अगर 100 अस्पताल हैं तो उसमें से 20, 30, 40 अस्पताल जितने भी सरकार चाहेगी रैंडम तरीके से उनकी ऑडिट की जाएगी और उसमें भी अगर गड़बड़ी पाई गई तो सख्त कार्रवाई की जाएगी। एक मुख्यमंत्री मनोहर लाल ने ही खुद एक उदाहरण भी विजयपाल बताया, बहुत इंटरेस्टिंग है। उसमें उन्होंने कहा कि एक अस्पताल के से उनके पास ऐसी शिकायत आई एक मरीज की कि कोविड का वो मरीज था
पहले उसको एडमिट किया गया, 2 दिन तक उसको कोविड के लिए जो तय सीमा है उसके हिसाब से ही बिल वसूला गया। लेकिन कोविड के पेशेंट को नेगेटिव दिखाकर 2 दिन के बाद उससे दूसरे दर पर जो पैसे हैं वो वसूले गए, यानी कि जो अस्पताल की जो सामान्य दरें थी वो चार्ज किया गया। तो कोविड के पॉजिटिव पेशेंट को नेगेटिव दिखाकर भी जो एक भ्रष्टाचार का रास्ता है वो निकालने की कोशिश यानी जो अस्पतालों ने की है, तो ऐसे अस्पतालों की अब खैर नहीं है। तो क्या कमेटी ने कुछ टाइम बाउंड किया है मनोज कि कब तक वो लोगों को कॉल करेंगे? ऑब्वियसली लोगों को बिल तो दिखाने पड़ेंगे जो अस्पतालों ने बिल दिए हैं, वरना प्रूव कैसे होगा कि ज्यादा पैसे वसूले गए हैं? बिल्कुल बिल्कुल, देखिए कमेटी की जो जिम्मेदारी है उसको ये सौंपी गई है कि जो शिकायतें सरकार के पास आएंगी, दरअसल जिनसे बिल वसूले गए हैं जो मरीज थे उनको खुद सरकार के पास पहुंचना पड़ेगा, या कमेटी के पास पहुंचना पड़ेगा, या सरकार के किसी विभाग के पास पहुंचना पड़ेगा। वो विभाग वो अधिकारी इस कमेटी के पास वो शिकायतों को भेजेंगे और उन शिकायतों का निवारण फिर कमेटी करेगी। तो लोगों को यहाँ अपनी शिकायतें लेकर आना पड़ेगा और एक बार जब शिकायतें निपट जाएंगी फिर कमेटी अपने लेवल पर अस्पतालों के बिलों का जो ऑडिट है वो करेगी। ठीक है मनोज, बहुत बहुत शुक्रिया इस जानकारी ਦੇ ਲਈ। ਤਾਂ ਹਰਿਆਣਾ ਸਰਕਾਰ ਨੇ ਇਹ ਇੱਕ ਕਦਮ ਅੱਗੇ ਜ਼ਰੂਰ ਵਧਾਇਆ ਹੈ ਇਸ ਦਿਸ਼ਾ ਦੇ ਵਿੱਚ ਜੋ ਲੋਕਾਂ ਦੀ ਸਭ ਤੋਂ ਵੱਡੀ ਮੰਗ ਸੀ ਕਿ ਕਰੋਨਾ ਦੇ ਵਿੱਚ ਉਹਨਾਂ ਦੇ ਕਾਰੋਬਾਰ ਤਬਾਹ ਹੋ ਗਏ, ਉਹਨਾਂ ਦੇ ਪਰਿਵਾਰਕ ਮੈਂਬਰ ਚਲੇ ਗਏ ਔਰ ਉੱਤੋਂ ਹਸਪਤਾਲਾਂ ਨੇ ਜਿਹੜੇ ਉਹਨਾਂ ਤੋਂ ਵਸੂਲੀ ਕੀਤੀ ਹੈ, ਪ੍ਰਾਈਵੇਟ ਹਸਪਤਾਲਾਂ ਨੇ, ਖਾਸ ਤੌਰ ਤੇ ਨਿੱਜੀ ਹਸਪਤਾਲਾਂ ਨੇ, ਵੱਡੇ ਹਸਪਤਾਲਾਂ ਤੇ ਲੱਖਾਂ ਰੁਪਈਆ ਲੋਕਾਂ ਕੋਲੋਂ ਵਸੂਲਿਆ ਗਿਆ। ਉਸ ਨੂੰ ਲੈ ਕੇ ਕਿਉਂਕਿ ਜਦੋਂ ਪੈਂਡੇਮਿਕ ਹੁੰਦੀ ਹੈ, महामारी ऐलानी जाती है, उस तो बाद सरकार सारा कंट्रोल अपने हाथ च ले सकती है। हालांकि कंट्रोल सरकारां ने अपने हाथ च नहीं लिया, पर सख्ती जरूर दिखाई या कुछ रेट जरूर तय किए कि इस तो बाद पैसे नहीं लेने। पर बहुत सारे अस्पतालों दियां ये शिकायतां आईयां, लोगों ने सरकार तक अप्रोच की, पहुंच की। जदों सरकार ने वो केस देखे तो फिर सरकार भी समझ गई कि वाकई गड़बड़ हुई है। उस तो बाद सरकार ने कमेटियां बनाईयां ने। हुण वो कमेटी ਜਦੋਂ ਲੋਕ ਉਹਨਾਂ ਦੇ ਕੋਲ ਪਹੁੰਚਣਗੇ, ਆਪਣੀਆਂ ਸ਼ਿਕਾਇਤਾਂ ਲੈ ਕੇ ਆਪਣੇ ਬਿੱਲ ਦਿਖਾਉਣਗੇ, ਉਹ ਆਪਣੇ ਜੋ ਸਰਕਾਰ ਦੇ ਦਿੱਤੇ ਰੇਟ ਹੈ ਉਸ ਦੇ ਨਾਲ ਮੈਚ ਕਰਨਗੇ। ਜਿਸ ਦੇ ਵਿੱਚ ਗੜਬੜੀ ਪਾਈ ਗਈ, ਜਿੱਥੇ ਬਿੱਲ ਵੱਧ ਵਸੂਲੇ ਗਏ ਹੈ, ਤਾਂ ਕਮੇਟੀ ਰਿਕਮੈਂਡ ਕਰੇਗੀ ਕਿ ਉਹਨਾਂ ਦੇ ਪੈਸੇ ਵਾਪਸ ਕੀਤੇ ਜਾਣ ਔਰ ਹਸਪਤਾਲ ਦੇ ਖਿਲਾਫ ਕਾਰਵਾਈ